ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। श्लोक महला नौवें के श्लोक 22। जो प्राणी ममता तजे लोभ मोहंकार कौ नानक आपन तरे और न लेत उधार। जो प्राणी ममता तजे लोभ मोह हंकार को नानक आपन तरे और लेत उधार। सतगुर समझाਉਂਦੇ ਨੇ ਸਿੱਖ ਸੰਗਤ ਨੂੰ ਭਾਈ, ਉਹ ਗੁਰਸਿੱਖ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲ ਕੇ ਅਵਸਥਾ ਪ੍ਰਾਪਤ ਕਰਦੇ ਨੇ, ਭਗਤੀ ਕਰਦੇ ਨੇ, ਬਾਣੀ ਨੂੰ ਸਤ ਕਰਕੇ ਮੰਨਦੇ ਨੇ, ਗੁਰੂ ਦੇ ਅੱਗੇ ਝੁਕੇ ਰਹਿੰਦੇ ਨੇ। ਹੋਈ ਨਿਮਾਣਾ ਜਗ ਰਹੇ ਦਰਗੇ ਮਾਣ ਨਿਮਾਣਾ ਪਾਵੇ। ਉਹ ਸੰਸਾਰ ਚੋਂ ਮੁਕਤ ਹੋ ਜਾਂਦੇ ਨੇ। ਤਜੇ ਲੋਭ ਮੋਹ ਹੰਕਾਰ, ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ, ਉਹ ਗੁਰਸਿੱਖ ਸੰਸਾਰ ਦਾ ਮੋਹ ਤਿਆਗ ਕੇ ਗੁਰਸ਼ਬਦ ਦਾ ਗਿਆਨ ਲੈ ਕੇ, ਗੁਰਸ਼ਬਦ ਦੀ ਕਮਾਈ ਕਰਕੇ ਲੋਭ ਮੋਹ ਹੰਕਾਰ ਨੂੰ ਹਰਾ ਕੇ ਆਪਦੇ ਘਰ ਪਹੁੰਚ ਜਾਂਦੇ। ਆਓ ਆਪਾਂ ਵਿਚਾਰੀਏ, ਉਹ ਕਿਹੜਾ ਘਰ ਹੈ ਜਿੱਥੇ ਉਹ ਪਹੁੰਚਦੇ ਨੇ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਸਤਿਗੁਰੂ ਸਮਝਾਉਂਦੇ ਨੇ, ਜਦੋਂ ਆਤਮਾ ਪ੍ਰਾਤਮਾ ਅੰਤਰਾਤਮਾ ਦੀ ਆਵਾਜ਼, ਜਿਹਦੀ ਕਿਰਪਾ ਨਾਲ ਸਾਡਾ ਜੀਵਨ ਹੈ, ਜਿਹਦੀ ਕਿਰਪਾ ਨਾਲ ਸਾਡਾ ਹਾਰਟ ਚੱਲਦਾ ਹੈ, ਉਹਦਾ ਦਰਸ਼ਨ ਕਰ ਲੈਂਦੇ ਨੇ। ਬਾਣੀ ਵਿੱਚ ਸਭ ਤੋਂ ਪਹਿਲਾਂ ਸਾਨੂੰ ਹਰ ਦਰਸ਼ਨ ਹੋਣਾ ਹੈ। ਇਹ ਬਾਣੀ ਹਰ ਕਥਾ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਇਹ ਹਰ ਕਥਾ ਐਸੀ ਹੈ, ਜਿਹੜੇ ਵੀ ਗੁਰਸਿੱਖ ਸੰਗਤ ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ, ਉਹਦੀ ਗਤੀ ਹੋਊਗੀ। ਸਰੀਰ ਦੀ ਗਤੀ ਤਾਂ ਸਾਰੇ ਕਰੀ ਜਾਂਦੇ ਆ, ਸਰੀਰ ਦੀ ਗਤੀ ਕੀ ਕਰਨੀ ਹੈ? ਇਹ ਤਾਂ ਇੱਥੋਂ ਮਿਲਿਆ ਇੱਥੇ ਹੀ ਛੱਡ ਦੇਣਾ ਵਾ। ਚਾਹੇ ਕੋਈ ਰਾਜਾ ਵਾ, ਕੋਈ ਭਿਖਾਰੀ ਹੈ, ਉਹਨੂੰ ਛੱਡਣਾ ਹੀ ਪੈਣਾ ਹੈ ਸਰੀਰ ਦਾ। ਇਹ ਤਾਂ ਇੱਕ ਪਲੇਟਫਾਰਮ ਹੈ। ਕੱਪੜਾ ਕਹਿ ਲਓ, ਕਰਮੀ ਆਵੇ ਕੱਪੜਾ, ਨਜ਼ਰੀ ਮੁਖ ਦਵਾਰ। ਨਜ਼ਰ ਲੈਣੀ ਆਪਾਂ, ਕੁਦਰਤ ਦੀ ਕਿਰਪਾ ਲੈਣੀ ਆਪਾਂ, ਗੁਰਸ਼ਬਦ ਦੀ ਕਮਾਈ ਕਰਨੀ ਆਪਾਂ, ਫੇਰ ਹੀ ਸਾਨੂੰ ਇਹ ਅਵਸਥਾ ਪ੍ਰਾਪਤ ਹੋਊਗੀ। ਇਹ ਤਾਂ ਸਾਰਿਆਂ ਨੇ ਛੱਡਣਾ ਸਰੀਰ, ਇਹ ਛੱਡਣਾ ਹੀ ਪੈਣਾ। ਸਾਡਾ ਜਾਣ ਨੂੰ ਜੀ ਨਹੀਂ ਕਰਦਾ ਤਾਂ ਕੀ ਹੈ, ਇਹ ਜਾਣਾ ਹੀ ਪੈਣਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਸਮਾਂ ਆ ਜਾਂਦਾ, ਸਾਨੂੰ ਜਾਣਾ ਪੈਂਦਾ ਵਾ। ਫਿਰ ਸਾਡਾ ਜਾਣ ਨੂੰ ਜੀ ਨਹੀਂ ਕਰਦਾ। ਉਹੀ ਤਾਂ ਬਾਣੀ ਛਡਾਉਂਦੀ ਆ, ਕਹਿੰਦੇ ਪਹਿਲਾਂ ਹੀ ਛੱਡ ਦੇ ਭਾਈ। ਇਹ ਸਰੀਰ 'ਚ ਰਹਿੰਦਿਆਂ ਇਹ ਸੰਸਾਰ ਜਿਹੜਾ ਮੋਹ ਜਾਲ ਹੈ, ਇਹਨੂੰ ਕੱਟ ਲੈ। ਇਹ ਵੀ ਤੈਨੂੰ ਜਾਣ ਵੇਲੇ ਔਖਾ ਹੋਊਗਾ। ਉਹੀ ਤਾਂ ਔਖੀ ਘੜੀ ਹੈ। ਜਨਮ ਵੇਲੇ ਉਹ ਵੀ ਸੰਕਟ ਹੈ, ਪਰ ਕੁਦਰਤ ਕਿਰਪਾ ਕਰਦੀ ਹੈ, ਹੁਕਮ ਹੱਥ ਦੇ ਕੇ ਰੱਖਦਾ ਇਹਨੂੰ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੇ ਜਿਹਨੇ ਉਵਾਰਿਆ। ਕੁਦਰਤ ਨੇ ਸ੍ਰਿਸ਼ਟੀ ਸਾਜੀ ਹੈ, ਉਹ ਸਾਰਿਆਂ ਦੀ ਪਾਲਣਾ ਵੀ ਕਰ ਰਿਹਾ। ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਤਿਗੁਰਾਂ ਨੇ ਸਮਝਾਇਆ। ਜਿਹੜੇ ਗੁਰਸਿੱਖ ਬਾਣੀ ਨੂੰ ਸੁਣਦੇ ਵਿਚਾਰਦੇ ਰਹਿੰਦੇ ਨੇ, ਉਹਨਾਂ ਨੂੰ ਗਿਆਨ ਪੈਦਾ ਹੁੰਦਾ ਰਹਿੰਦਾ, ਔਰ ਮਨ ਟਿਕ ਜਾਂਦਾ ਹੈ, ਆਤਮਾ ਜਾਗ ਜਾਂਦੀ ਹੈ। ਉਹੀ ਇਹ ਰਾਹ 'ਤੇ ਚੱਲਦੇ ਨੇ। ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰਨੀ ਹੈ। ਆਪਾਂ ਨੂੰ ਤਾਂ ਹੀ ਇਹ ਅਵਸਥਾ ਪ੍ਰਾਪਤ ਹੋਊਗੀ ਜੋ ਗੁਰੂ ਭਗਤਾਂ ਨੇ ਆਪਾਂ ਨੂੰ ਸਮਝਾਇਆ ਵਾ, ਉਹ ਅਸੀਂ ਅਮਲ ਕਰਨਾ ਹੈ। ਗੁਰੂ ਨੂੰ ਉਪਦੇਸ਼ ਨਹੀਂ ਕਰਨਾ ਅਸੀਂ, ਗੁਰੂ ਉਪਦੇਸ਼ ਤਾਂ ਲੈਣਾ ਹੈ। ਬਾਣੀ ਸਾਰੀ ਗੁਰੂ ਉਪਦੇਸ਼ ਹੈ, ਗਿਆਨ ਦਾ। ਆਤਮਿਕ ਸੁੱਖ ਹੈ, ਸਰਬ ਸਾਂਝੀ ਗੁਰਬਾਣੀ ਹੈ, ਉਹ ਅਸੀਂ ਪ੍ਰਾਪਤੀ ਕਰਨੀ ਹੈ। ਕਿਵੇਂ ਪ੍ਰਾਪਤੀ ਹੋਵੇ ਸਾਨੂੰ? ਉਹ ਗੁਰਸਿੱਖਾਂ ਬਾਰੇ ਸਤਿਗੁਰ ਸਮਝਾ ਰਹੇ ਨੇ। ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ ਕਹੋ ਨਾਨਕ ਆਪਨ ਧਰੀ ਔਰ ਨ ਲੇਤ ਤਾਰ। ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾਇਆ ਵੀ ਐਸੇ ਗੁਰਸਿੱਖ ਜਿਹੜੇ ਹੁੰਦੇ ਨੇ,
ਉਹ ਆਪ ਤਾਂ ਤਰਦੇ ਨੇ, ਤਰਨ ਤੋਂ ਭਾਵ ਮਾਇਆ ਪਾਰ ਕਰ ਜਾਂਦੇ ਨੇ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦਾ ਗਿਆਨ ਲੈ ਕੇ ਉਹ ਭਗਤੀ ਕਰਕੇ ਆਪਦੇ ਘਰ ਪਹੁੰਚ ਜਾਂਦੇ ਨੇ। ਉਹ ਕਿਹੜੀ ਦੁਨੀਆ ਵਾ? ਉਹ ਅਸਹਿਜ ਦੁਨੀਆ, ਦੇਵ ਲੋਕ। ਅੰਤਰ ਦੇਵ ਨਾ ਜਾਣੇ ਅੰਧ, ਇੰਨਾ ਮਨ ਬਾਹਰ ਲੱਭੀ ਜਾਂਦਾ ਹੈ। ਭਾਲਦਾ ਤਾਂ ਆਪਦੇ ਮੂਲ ਨੂੰ ਹੀ ਆ, ਪਰ ਇਹਨੂੰ ਗਿਆਨ ਨਹੀਂ ਹੈਗਾ। ਹੁਣ ਇਹਨੂੰ ਗਿਆਨ ਕਰਾਉਂਦੀ ਹੈ ਬਾਣੀ। ਇਹ ਜੁਗਮੇ ਏਕੇ ਕੋ ਆਇਆ, ਜਨਮਤ ਮੋਹਿਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ। ਮਾਇਆ ਦਾ ਮੋਹ ਜਿਹੜਾ ਐਡਾ ਵੱਡਾ ਜਾਲ ਤੋਂ ਫਿਰ ਜੰਜਾਲ ਬਣ ਗਿਆ। ਹੁਣ ਇਹ ਆਪ ਤਾਂ ਕੱਟ ਨਹੀਂ ਸਕਦਾ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈਂਦੇ ਹਾਂ। ਝੱਜਾ ਉਰਜ ਸੁਰਜ ਨਹੀਂ ਜਾਣੇ। ਸਾਡੀ ਮੱਤ ਉਲਝ ਤਾਂ ਸਕਦੀ ਹੈ, ਸੁਲਝ ਨਹੀਂ ਸਕਦੀ ਹੈਗੀ। ਹੁਣ ਕਿਵੇਂ ਸੁਲਝੂ? ਗੁਰ ਕੀ ਮੱਤੂ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਜਿਨ੍ਹਾਂ ਨੇ ਗੁਰ ਕੀ ਮੱਤ ਨਹੀਂ ਲਈ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਹੀਂ ਚੱਲੇ, ਗੁਰੂ ਤੋਂ ਵੱਡੇ ਬਣੇ, ਸਭ ਡੁੱਬ ਗਏ ਔਰ ਡੁੱਬ ਜਾਣਗੇ। ਆਪਾਂ ਭਗਤ ਰਵਿਦਾਸ ਜੀ ਦਾ ਸ਼ਲੋਕ ਲੈਂਦੇ ਹਾਂ, ਸ਼ਬਦ ਲੈਂਦੇ ਹਾਂ। ਹਰ ਜੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸੱਚ ਭਾਖੇ ਰਵਿਦਾਸ। ਬਾਣੀ ਸੱਚ ਹੈ। ਜਿਹੜੇ ਹਰ ਆਪਦੇ ਮੂਲ ਦੀ ਆਸ ਨਹੀਂ ਰੱਖਣਗੇ, ਸੰਸਾਰ 'ਚ ਵੱਡਾ ਬਣਨਗੇ, ਸੋਭਾ ਖਤਰਾ ਆਪਣਾ ਜੀਵਨ ਖਰਾਬ ਕਰਨਗੇ, ਉਹ ਦੋਜਕਾਂ ਨੂੰ ਚਲੇ ਜਾਣਗੇ। ਦੋਜਕਾਂ ਤੋਂ ਭਾਵ ਨਰਕ ਨੂੰ। ਇਹ ਸਾਰੇ ਅਸੀਂ ਐਂ ਕਰਦੇ ਹਾਂ। ਪਹਿਲਾਂ ਜਿੰਨੇ ਵੀ ਅਸੀਂ ਪ੍ਰਚਲਿਤ ਮੱਤਾਂ ਪਿੱਛੇ ਦੇਖਦੇ ਹਾਂ, ਚੱਲਦੀਆਂ ਆਈਆਂ ਨੇ ਮਾਨਵ ਸੋਚ ਦੀਆਂ ਵਿਧੀਆਂ ਨੇ ਸਾਰੀਆਂ। ਮਾਇਆ ਦਾ ਹੀ ਗਿਆਨ ਹੈ। ਇਹ ਮਾਇਆ ਦਾ ਜਿਹੜਾ ਗਿਆਨ ਹੈ, ਉਹਦੇ ਉਪਦੇਸ਼ ਦੇ ਕੇ ਸਾਨੂੰ ਸਤਿਗੁਰੂ ਭਗਤ ਸਾਹਿਬਾਨਾਂ ਨੇ ਸਮਝਾਇਆ ਵਾ। ਉਹ ਨਿਰਾਕਾਰ ਦੁਨੀਆ ਨੂੰ, ਜਿੱਥੋਂ ਆਤਮਾ ਟੁੱਟ ਕੇ ਆਈ ਹੈ, ਉਹ ਸਹਿਜ ਦੁਨੀਆ ਪ੍ਰਾਤਮਾ ਦੇਵਲੋਕ 'ਚੋਂ। ਸੱਚਖੰਡ ਦੀ ਗੱਲ ਨਹੀਂ ਹਲੇ ਹੈਗੀ। ਸੱਚਖੰਡ ਤਾਂ ਜਾਊਗਾ ਜੇ ਇਹਦੀ ਭਗਤੀ ਸ਼ੁਰੂ ਹੋ ਗਈ। ਹਲ ਤਾਂ ਇਹ ਕਾਲ ਤੋਂ ਹੀ ਨਹੀਂ ਮੁਕਤ ਹੋਇਆ, ਹਲ ਤਾਂ ਇਹ 'ਚ ਕੋਈ ਗੁਣ ਹੀ ਨਹੀਂ ਪੈਦਾ ਹੋਇਆ। ਭਗਤੀ ਕਿਵੇਂ ਕਰੂਗਾ? ਜੇ ਮੰਨਦਾ ਵੀ ਆਪਦੇ ਆਪ ਨੂੰ ਇਹ ਭਗਤੀ, ਤਾਂ ਇਹਦਾ ਭਰਮ ਹੀ ਹੈ। ਜਪਜੀ ਸਾਹਿਬ ਸਤਿਗੁਰ ਸਮਝਾਉਂਦੇ ਨੇ, ਬਿਨ ਗੁਣ ਕੀਤੇ ਭਗਤ ਨਾ ਹੋਏ। ਉਹ ਗੁਣ ਤੇਰੇ 'ਚ ਕੋਈ ਨਹੀਂ ਭਾਈ, ਭਗਤੀ ਕਿਵੇਂ ਕਰਦਾ ਤੂੰ? ਨਿਰਭਉ ਤੂੰ ਨਹੀਂ ਹੈਗਾ, ਨਾਲ ਬਾਡੀਗਾਰਡ ਰੱਖੇ ਹੈ ਤੇਰੇ। ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਕਿਹੜੇ ਬਾਡੀਗਾਰਡ ਰੱਖੇ ਨੇ? ਕੌਣ ਆ ਉਹਨਾਂ ਦੇ ਨਾਲ? ਸਾਰੇ ਸੰਸਾਰ ਨੂੰ ਉਪਦੇਸ਼ ਦਿੱਤਾ ਹੈ। ਬਾਣੀ ਸਰਬ ਸਾਂਝੀ ਗੁਰਬਾਣੀ ਹੈ। ਨਿਰਭਉ ਅਸੀਂ ਹੈ ਨਹੀਂ, ਨਿਰਵੈਰ, ਬੈਰ ਵਿਰੋਧ ਕਰੀ ਜਾਂਦੇ, ਇੱਕ ਦੂਏ ਨੂੰ ਬੁਰਾ ਭਲਾ ਕਹੀ ਜਾਂਦੀ ਹੈ। ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਹੀਂ ਚੀਜ਼। ਸਤਿਗੁਰ ਸਮਝਾਉਂਦੇ ਨੇ, ਉਹ ਗੁਰਸਿੱਖ ਦਾ ਨਿਸ਼ਚਲ ਮਨ ਨਹੀਂ ਹੈ, ਆਪਦੇ ਘਰ ਨਹੀਂ ਪਹੁੰਚਿਆ, ਉਹਦੀ ਭਗਤੀ ਸ਼ੁਰੂ ਨਹੀਂ ਹੋਈ, ਉਹ ਤਾਂ ਬੈਰ ਵਿਰੋਧ ਦੇ ਵਿੱਚ ਹੈ ਹਲੇ। ਇਹ ਚਾਰ ਅਵਸਥਾ ਨੇ। ਚਾਰ ਅਵਸਥਾ ਗੁਰ ਤੇ ਜਾਣੇ ਜਾਣੀਆਂ ਨੇ ਅਸੀਂ। ਚਾਰ ਪਦਾਰਥ ਨੇ, ਚਾਰ ਲਾਵਾਂ ਨੇ, ਚਾਰ ਬਾਣੀਆਂ ਨੇ, ਚਾਰ ਖਾਣੀਆਂ ਨੇ। ਇਹ ਸਾਰੀਆਂ ਸਮਝਣੀਆਂ ਨੇ ਅਸੀਂ। ਇਹ ਅਵਸਥਾ ਪ੍ਰਾਪਤ ਕਰਨੀਆਂ ਨੇ ਅਸੀਂ। ਇਹ ਅਵਸਥਾ ਦੇ ਨਾਂ ਨੇ ਗੁਰਬਾਣੀ ਵਿੱਚ। ਯੁੱਗਾਂ ਦਾ ਭਾਵ ਵੀ ਸਮਾਂ। ਆਸਾ ਦੀ ਵਾਰ ਜੇ ਆਪਾਂ ਸਤਿਗੁਰਾਂ ਦੇ ਬਚਨ ਲਈਏ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਂ ਹੈ। ਇਹ ਗਿਆਨ ਨੇ ਸਾਰੀ ਖੇਡ ਸਮਝ ਆਉਣੀ ਹੈ। ਜੁਗ ਤੋਂ ਭਾਵ ਹੁੰਦਾ ਸਮਾਂ, ਆਤਮਾ ਦੀਆਂ ਅਵਸਥਾ, ਮਨ ਬੁੱਧੀ ਦੀਆਂ ਅਵਸਥਾ। ਕਿਵੇਂ ਟੁੱਟ ਕੇ ਆਇਆ ਹੈ ਜੀਵ, ਕਿਵੇਂ ਹੁਣ ਜਾਊਗਾ? ਇਹ ਯੁੱਗ ਮੇ ਏਕੇ ਕੋ ਆਇਆ, ਇੱਕ ਹੁਣ ਆਇਆ। ਸਰੀਰ ਕਰਕੇ ਪੂਰਨ ਮੰਨੀ ਬੈਠਾ ਆਪਦੇ ਆਪ ਨੂੰ, ਭੇਖ ਕਰਕੇ ਪੂਰਨ ਮੰਨੀ ਬੈਠਾ ਹੈ, ਹੱਡ ਜੋਗ ਕਰਕੇ ਪੂਰਨ ਮੰਨੀ ਬੈਠਾ ਹੈ। ਵੀ ਉਹ 'ਚੋਂ ਤਾਂ ਹੰਕਾਰ ਪੈਦਾ ਹੁੰਦਾ, ਅਕਲ ਤਾਂ ਮਿਲਦੀ ਨਹੀਂ। ਅਕਲ ਤਾਂ ਗੁਰੂ ਤੋਂ ਲੈਣੀ ਹੈ। ਫਿਰ ਅਸੀਂ ਅਕਲ ਗਤ ਗੁਰ ਤੇ ਜਾਣੀ, ਉਹੀ ਤਾਂ ਮੱਤ ਲੈਣੀ। ਆਪਾਂ ਆਪਣੀ ਮੱਤ ਦਾ ਤਿਆਗ ਕਰਨਾ, ਇਹੀ ਭਗਤੀ ਹੈ। ਗੁਰ ਕੀ ਮੱਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਦੇਖਦੇ ਹੀ ਆਪਾਂ, ਇੰਨਾ ਗਿਆਨ ਤਾਂ ਆਪਾਂ ਨੂੰ ਹੈ ਹੀ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ, ਸਾਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ, ਅਸੀਂ ਵੀ ਇਹ ਮੋਹ ਦਾ ਜਾਲ ਕੱਟੀਏ। ਕਿਵੇਂ ਕੱਟੀਏ? ਪਰ ਇਕੱਲੇ ਤਾਂ ਕੱਟ ਨਹੀਂ ਸਕਦੇ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਮਨ ਰੇ ਹਉਮੈ ਮੋਹ ਦੁੱਖ ਭਾਰੀ, ਭਾਰਾ ਦੁੱਖ ਹੈ, ਇਹ ਵੱਡਾ ਜਾਲ ਹੈ। ਮੇਰਿਓ ਕਹੈ ਤੋ ਹਿਤ ਸੋ ਵਧਾਇਓ ਚੀਤ। ਨੌਵੇਂ ਪਾਤਸ਼ਾਹ ਸਮਝਾਉਂਦੇ, ਮੇਰ ਕਹੇ ਕਿ ਵੱਡਾ
ਜੰਜਾਲ ਬਣਾ ਲਿਆ ਸੀ, ਹੁਣ ਆਪ ਨਹੀਂ ਕੱਟ ਸਕਦੇ। ਉਹੀ ਸਤਿਗੁਰ ਸਮਝਾਉਂਦੇ ਰਹੇ, ਮਨ ਰੇ ਹਉਮੈ ਮੋਹ ਦੁਖ ਭਾਰੀ, ਉਹ ਭਾਵ ਜਲ ਜਗਤ ਨ ਜਾਈ ਤਰਨਾ, ਗੁਰਮੁਖ ਤਰ ਹਰ ਤਾਰੀ। ਇਹ ਹਰ ਦੇ ਗਿਆਨ ਨਾਲ ਅਸੀਂ ਪਾਰ ਨਿਕਲਣਾ। ਪ੍ਰੀਤਮ ਤਾਂ ਸਾਡਾ ਪਾਰ ਹੈ, ਆਤਮਾ ਦਾ ਪ੍ਰਾਤਮਾ। ਉਹੀ ਤਾਂ ਸਹਿਜ ਦੁਨੀਆ, ਉੱਥੇ ਜਾ ਕੇ ਤੇਰੀ ਭਗਤੀ ਸ਼ੁਰੂ ਹੋਣੀ ਹੈ। ਉੱਥੇ ਤਾਂ ਪਹੁੰਚੇ ਹੀ ਨਹੀਂ ਹਲੇ। ਆਪਾਂ ਬਾਬਾ ਫਰੀਦ ਜੀ ਦਾ ਸ਼ਲੋਕ ਲੈ ਲੈਂਦੇ ਹਾਂ, ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਪੰਜੇ ਵਕਤ ਨਿਵਾਜ, ਕਬੂ ਨਾ ਚੱਲ ਆਇਓ ਮਸੀਤ। ਮੇਰੇ ਕੋਲ ਤਾਂ ਆਇਆ ਨਹੀਂ, ਬਾਹਰ ਹੀ ਗੇੜੇ ਲਾਈ ਜਾਂਦਾ। ਲੋਕਾਂ 'ਤੇ ਪ੍ਰਭਾਵ ਪੈ ਜਾਂਦਾ, ਸਾਡਾ ਭੇਖ ਦਾ ਪ੍ਰਭਾਵ ਪੈ ਜਾਂਦਾ। ਲੋਕਾਂ ਨੂੰ ਗਿਆਨ ਨਹੀਂ ਹੁੰਦਾ, ਪਿੱਛੇ ਲੱਗ ਜਾਂਦੇ ਨੇ। ਗੁਰਸ਼ਬਦ ਦਾ ਅਸੀਂ ਗਿਆਨ ਲੈਣਾ, ਫਿਰ ਸਾਨੂੰ ਇਹ ਸਾਰੀ ਖੇਲ ਸਮਝ ਆਉਣੀ ਹੈ, ਫਿਰ ਇਹ ਜਾਲ ਕੱਟਣਾ, ਫਿਰ ਇਹ ਸਾਨੂੰ ਪ੍ਰਾਪਤ ਹੋਣੀ ਅਵਸਥਾ। ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ, ਕਹੋ ਨਾਨਕ ਆਪਨ ਧਰੇ ਔਰ ਲੇਤ ਆਧਾਰ। ਅਨੇਕਾਂ ਉਪਦੇਸ਼ ਨੇ, ਜਪਜੀ ਸਾਹਿਬ ਸਤਿਗੁਰਾਂ ਦੇ ਬਚਨ ਲੈ ਲੈਂਦੇ ਆਪਾਂ। ਮੰਨੇ ਪਾਵੇ ਮੋਖ ਦੁਆਰ, ਜਿਹੜੇ ਮੰਨ ਲੈਂਦੇ ਨੇ। ਪਹਿਲੀ ਅਵਸਥਾ ਸਾਡੀ ਸੁਣਨ ਦੀ ਹੈ, ਇਹਨੂੰ ਵਿਚਾਰਦੇ ਰਹਿਣਾ, ਇਹ 'ਚੋਂ ਗਿਆਨ ਪੈਦਾ ਹੁੰਦਾ। ਉਹ ਗਿਆਨ ਨਾਲ ਸਾਡਾ ਮਨ ਟਿਕ ਜਾਂਦਾ ਹੈ। ਮਨ ਟਿਕਣ ਨਾਲ ਸਾਨੂੰ ਮੁਕਤੀ ਮਿਲ ਜਾਂਦੀ ਹੈ, ਅਸੀਂ ਸਹਿਜ ਦੁਨੀਆ ਚਲੇ ਜਾਂਦੇ ਹਾਂ। ਇਹ ਦੋ ਪਦਾਰਥ ਸਾਨੂੰ ਗਿਆਨ ਨਾਲ ਮਿਲ ਜਾਂਦੇ ਨੇ। ਗੁਰਸ਼ਬਦ ਦੀ ਐਸੀ ਕਰਾਮਾਤ ਹੁੰਦੀ ਹੈ, ਇਹ ਐਸਾ ਗਿਆਨ ਹੈ, ਸਾਡੇ ਮੂੰਹ ਦਾ ਜਾਲ ਕੱਟ ਦਿੰਦਾ ਹੈ। ਜਿਹੜੀ ਸੰਸਾਰ ਸਾਡੀ ਮਮਤਾ ਪਈ ਹੈ, ਮੋਹ ਪਿਆ ਵਾ, ਉਹ ਇਹ ਗੁਰਸ਼ਬਦ ਨਾਲ ਕੱਟਿਆ ਜਾਂਦਾ ਹੈ। ਸੱਚ ਕੀ ਕਾਤੀ ਸੱਚ ਸਵਸਾਰ, ਘਾੜ ਤਿਸ ਕੀ ਅਪਰਪਾਰ। ਜਦੋਂ ਅਸੀਂ ਸ਼ਬਦ ਵਿਚਾਰਦੇ ਹਾਂ, ਘੜੀਏ ਸਭ ਸੱਚੀ ਟਕਸਾਲ ਤੋਂ ਭਾਵ ਵੀ ਇਹੀ ਹੈ। ਬੁੱਧੀ ਘੜੀ ਜਾਂਦੀ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ ਵਾ। ਇਹ ਨਿਰਾਕਾਰ ਦੁਨੀਆ ਦਾ ਵਿਸਾ, ਆਕਾਰ ਤੋਂ ਰਹਿਤ। ਅਸੀਂ ਉਹ ਨਿਰੰਕਾਰ ਦੇ ਦੇਸ਼ ਜਾਣਾ। ਮੋਹ ਅਸੀਂ ਇੱਥੇ ਪਾ ਲਿਆ, ਸਰੀਰ ਕਰਕੇ ਅਸੀਂ ਆਪਦੇ ਆਪ ਨੂੰ ਪੂਰਨ ਮੰਨੀ ਬੈਠੇ ਹਾਂ, ਪਰ ਕਾਲ ਤਾਂ ਛੱਡਦਾ ਨਹੀਂ ਗਾ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਇਹ ਪਾਲ ਕੰਧ ਕੂੜ ਦੀ ਝੂਠ ਕਿਵੇਂ ਟੁੱਟੇ, ਕਿ ਸਚਿਆਰ ਨਾ ਜੁੜੀਏ, ਸਚਿਆਰ ਹੋਈਏ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੇ ਭਾਣੇ ਚੱਲਣਾ। ਮਨ ਨੂੰ ਗੁਰਮਤਿ ਅਨੁਸਾਰ ਚਲਾਉਣਾ, ਮਨ ਨੂੰ ਘੂਰ ਕੇ ਰੱਖਣਾ। ਇਹ ਤਪ ਹੈ, ਪਹਿਲਾਂ ਜਪ ਹੈ, ਇਹਨੂੰ ਸਮਝਣਾ ਵਾ, ਇਹ 'ਚੋਂ ਗਿਆਨ ਪੈਦਾ ਹੋਊ। ਫਿਰ ਉਹ ਗਿਆਨ ਨਾਲ ਮਨ ਨੂੰ ਘੂਰ ਕੇ ਰੱਖਣਾ ਹੈ, ਮਨ ਦਾ ਖਿਆਲ ਰੱਖਣਾ, ਬੁਰਾਈਆਂ ਕਰਨੀਆਂ ਨੂੰ ਰੋਕ ਕੇ ਰੱਖਣਾ, ਉਹ ਤਪ ਹੈ। ਜਦੋਂ ਮਨ ਥਿਰ ਹੋ ਜਾਂਦਾ, ਫਿਰ ਇਹਨੂੰ ਉਹ ਜਿਹੜੀ ਆਤਮ ਖੁਰਾਕ ਹੈ, ਉਹ ਤਤ ਗਿਆਨ ਹੈ, ਉਹ ਬਾਅਦ 'ਚ ਪ੍ਰਾਪਤ ਹੁੰਦਾ ਹੈ। ਉਹਦੇ ਕਰਕੇ ਹੀ ਸਾਨੂੰ ਸਾਰੇ ਦੁੱਖ ਝੱਲਣੇ ਪੈਂਦੇ ਨੇ। ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਜਿਹੜਾ ਕਾਲ ਦਾ ਦੁੱਖ, ਜੰਮਣ ਮਰਨ ਦਾ ਦੁੱਖ, ਮੋਹ ਮਾਇਆ ਦਾ ਦੁੱਖ, ਇਹ ਸਾਰਾ ਸਾਨੂੰ ਨਾਮ ਤਤ ਗਿਆਨ ਤੋਂ ਬਿਨਾਂ ਚੱਲਣਾ ਪੈਂਦਾ ਵਾ। ਸੁਣਨ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਹੋਣਾ, ਵਿਚਾਰੇ ਤੋਂ ਬਿਨਾਂ ਫਿਰ ਇਹ ਸਮਝ ਨਹੀਂ ਆਉਣੀ। ਇਹ ਅਵਸਥਾ ਨੇ ਭਾਈ, ਇਹ ਪ੍ਰਾਪਤ ਕਰਨੀਆਂ ਨੇ ਆਪਾਂ। ਸੁਣੀਏ, ਮੰਨੀਏ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲਨਾਓ। ਉਹ ਸਹਿਜ ਦੁਨੀਆ ਮਾਂ, ਇਹ ਆਪਾਂ ਚੌਥੀ ਅਵਸਥਾ ਜਾ ਕੇ ਆਪਾਂ ਨੂੰ ਇਹ ਪ੍ਰਾਪਤ ਹੁੰਦੀ ਹੈ। ਪਹਿਲਾਂ ਗੁਰਬਾਣੀ ਨੂੰ ਸੁਣਨਾ, ਵਿਚਾਰਨਾ ਹੈ, ਪਾਣੀ 'ਚ ਰਹਿਣਾ ਹੈ, ਇਹੀ ਭਗਤੀ ਹੈ, ਇਹਦਾ ਤਿਆਗ ਕਰਨਾ ਹੈ ਸੰਸਾਰ ਦਾ। ਫਿਰ ਮਨ ਮੰਨ ਜਾਂਦਾ ਜਦੋਂ ਉਹਨੂੰ ਗਿਆਨ ਹੋ ਜਾਂਦਾ। ਜਦੋਂ ਮੰਨ ਜਾਂਦਾ ਹੈ, ਮੰਨੇ ਪਾਵੇ ਮੋਖ ਦੁਆਰ, ਫਿਰ ਇਹ ਅੰਤਰਮੁਖੀ ਹੋ ਜਾਂਦਾ। ਧਰੀਵ ਦੁਨੀਆ ਨੂੰ ਇਹਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਫਿਰ ਉਹਦੇ ਨਾਲ ਪ੍ਰੇਮ ਕਰਦਾ। 30 ਅਵਸਥਾ ਜਾ ਕੇ ਗੁਰਬਾਣੀ ਨਾਲ ਪ੍ਰੇਮ ਪੈਂਦਾ ਵਾ। ਪਰ ਅਸੀਂ ਤਾਂ ਸੁਣੀਏ ਨਹੀਂ, ਮੰਨਣੇ ਕਿਵੇਂ ਆ? ਅਸੀਂ ਤਾਂ ਗੁਰੂ ਨੂੰ ਉਪਦੇਸ਼ ਕਰਨ ਲੱਗ ਗਏ। ਤਈਓ ਸਾਨੂੰ ਸਜ਼ਾ ਵਾ ਹੈ ਜੰਮਣ ਮਰਨ ਦੀ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਸੁਣੀਏ, ਮੰਨੀਏ, ਫਿਰ ਮੰਨ ਜਾਂਦਾ ਹੈ। ਫਿਰ ਗੁਰੂ ਦੇ ਭਾਣੇ ਅਨੁਸਾਰ ਚੱਲਦਾ ਰਹਿੰਦਾ। ਬੁੱਧੀ ਵੀ ਸਮਝਾਉਂਦੀ ਹੈ, ਮਨ ਮੇਰੇ ਗੁਰ ਕੇ ਭਾਣੇ ਚੱਲ। ਅਨੇਕਾਂ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ। ਚੱਲਦਾ ਚੱਲਦਾ ਫਿਰ ਇਹਨੂੰ ਗੁਰਬਾਣੀ ਨਾਲ ਪ੍ਰੇਮ ਪੈ ਜਾਂਦਾ, ਗੁਰਸ਼ਬਦ ਨੂੰ ਪ੍ਰੇਮ ਕਰਦਾ। ਕਿਤੇ ਵੀ ਜਾਂਦਾ ਇਹ ਗੁਰਸ਼ਬਦ ਕੰਨੀ ਧਿਆਨ ਰੱਖਦਾ। ਧਿਆਨ ਰਹਿੰਦਾ ਹੀ ਉੱਥੇ ਆ, ਕਹਿਣ ਦੀ ਲੋੜ ਨਹੀਂ ਹੁੰਦੀ ਹੈਗੀ। ਜਿਹੜਾ ਸਾਨੂੰ ਗਿਆਨ ਹੁੰਦਾ, ਸਾਡਾ ਧਿਆਨ ਉੱਥੇ ਲੱਗਿਆ ਹੀ ਰਹਿੰਦਾ ਵਾ। ਉਹੀ ਸਮਝ ਹੈ ਸਾਡੀ, ਉਹੀ ਜਪ ਹੈ, ਚਾਹੇ ਸੰਸਾਰੀ ਹੈ ਚਾਹੇ ਨਾਮ ਹੈ। ਫਿਰ ਉਹਨੂੰ ਪ੍ਰੇਮ ਕਰਦਾ ਵਾ। ਫਿਰ 10ਵੇਂ ਦੁਆਰ ਚਲਿਆ ਜਾਂਦਾ ਹੈ। ਅੰਤਰਗਤ ਤੀਰਥ ਮਲਨਾਓ। ਉਹ ਤੀਰਥ ਆਤਮਾ ਦਾ, ਜਿਹੜੇ ਬਾਹਰਲੇ ਤੀਰਥ ਨੇ ਸਾਡੇ ਸਰੀਰ ਕਰਕੇ ਉਹ ਜਾਂਦੇ ਹਾਂ ਅਸੀਂ।
ਅੰਤਰ ਮਹਿਲ ਬਾਹਰ ਕਹਿ ਨਹਾਵੇ ਜੀਓ। ਸਤਿਗੁਰ ਸਮਝਾਉਂਦੇ ਪੰਚਮ ਪਾਤਸ਼ਾਹ, ਮੈਲ ਮਨ ਦੇ ਵਿੱਚ ਆ, ਸਰੀਰ ਧੋਈ ਜਾਂਦੇ। ਤੂੰ ਸਮਝਣਾ ਜਾ ਕੇ ਵੀ ਤੀਰਥ ਕੀ ਹੈ। ਉਹ ਬਾਹਰਲੇ ਸਰੀਰ ਦੇ ਤੀਰਥ ਨੇ, ਇਹ ਆਤਮਾ ਦਾ ਤੀਰਥ ਹੈ। ਜਦੋਂ ਆਤਮਾ ਤੀਰਥ ਨੂੰ ਜਾਊਗੀ ਫੇਰ ਹੀ ਉਹਦਾ ਉੱਥੇ ਮੋਹ ਪਊਗਾ। ਹਾਲੇ ਤਾਂ ਆਤਮਾ ਜਿਹੜੀ ਮਨ ਬੁੱਧੀ ਹੈ ਸੰਸਾਰ ਨਾਲ, ਇਹਦੇ ਰਿਸ਼ਤੇ ਕਾਇਮ ਹੋ ਗਏ, ਉਹ ਟੁੱਟਦੇ ਹੀ ਨਹੀਂ ਹੈਗੇ। ਜਦੋਂ ਕਾਲ ਆ ਜਾਂਦਾ, ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬਡਾਨੀ ਰੇ। ਕਾਲ ਛੱਡਦਾ ਨਹੀਂ ਹੈਗਾ, ਬੁਰਾ ਫਸ ਗਿਆ ਇਹ। ਹੁਣ ਅਸੀਂ ਗੁਰੂ ਦਾ ਓਟ ਆਸਰਾ ਲੈਣਾ ਹੈ, ਬਾਣੀ ਦਾ ਓਟ ਆਸਰਾ ਲੈਣਾ ਹੈ। ਦੀਨ ਦੁਨੀਆ ਤੇਰੀ ਟੇਕ, ਸਭ ਮੇ ਰਵਿਆ ਸਹਿਬ ਇੱਕ। ਜਿਹੜਾ ਸਹਿਬ ਹੈ ਸਰਵਿਆਪੀ, ਉਹਨੂੰ ਤਾਂ ਸਮਝਣ ਆਏ ਹਾਂ ਅਸੀਂ। ਉਹ ਪ੍ਰਤਿਪਾਲਕ ਹੈ ਸ੍ਰਿਸ਼ਟੀ ਦਾ। ਸਾਡੇ ਹੁਕਮ ਅਨੁਸਾਰ ਸ੍ਰਿਸ਼ਟੀ ਨਹੀਂ ਚੱਲਦੀ, ਪਰ ਅਸੀਂ ਚਲਾਉਣਾ ਚਾਹੁੰਦੇ ਹਾਂ। ਜਦੋਂ ਸਮਾਂ ਆ ਜਾਂਦਾ ਵਾ, ਫਿਰ ਚੌਥੇ ਜਾ ਕੇ 10ਵਾਂ ਦੁਆਰ ਜਿਹੜਾ ਹੈਗਾ ਅਤਰੀਬ ਦੁਨੀਆ, ਸਹਿਜ ਦੁਨੀਆ, ਜਿਹਦੀ ਆਪਾਂ ਪਿੱਛੇ ਵਿਚਾਰ ਕੀਤੀ ਆ, ਉੱਥੇ ਪਹੁੰਚ ਜਾਂਦੀ ਹੈ। ਉਹੀ ਤਾਂ ਦੇਵਲੋਕ ਹੈ। ਉੱਥੇ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਸੰਸਾਰ ਨੂੰ ਇਹਦਾ ਮੂੰਹ ਦਾ ਜਾਲ ਕੱਟਿਆ ਜਾਂਦਾ। ਉਹ ਅਵਸਥਾ ਜਿਹੜੇ ਗੁਰਸਿੱਖਾਂ ਦੀ ਹੁੰਦੀ ਹੈ, ਸਤਿਗੁਰੂ ਉਹੀ ਸਮਝਾ ਰਹੇ ਨੇ। ਇਹ 9ਵੇਂ ਪਾਤਸ਼ਾਹ ਜਿਹੜੇ ਆਪਾਂ ਸਲੋਕ ਲੜੀਵਾਰ ਕਰ ਰਹੇ ਹਾਂ, ਕੁਦਰਤੀ ਆਪਾਂ ਰਹਿਮਤ ਲਈ ਹੈ, ਇਹਦੇ ਵਿੱਚ ਸਾਰਾ ਹੀ ਖੇਲ ਸਮਝਾਇਆ ਹੈ ਸੰਸਾਰ ਦਾ। ਸਤਿਗੁਰਾਂ ਨੇ ਛੱਡਿਆ ਹੀ ਕੁਛ ਨਹੀਂ ਹੈਗਾ। ਅਸੀਂ ਕਿੱਥੇ ਖੜ੍ਹੇ ਹਾਂ, ਅਸੀਂ ਕੀ ਕਰ ਰਹੇ ਹਾਂ, ਬਹੁਤ ਸਰਲ ਤਰੀਕੇ ਨਾਲ ਸਾਨੂੰ ਸਮਝਾਇਆ ਵਾ। ਆਪਾਂ ਵੀ ਇਹਨੂੰ ਪਿਆਰ ਨਾਲ ਸਮਝਣਾ, ਬਹੁਤ ਪਿਆਰ ਨਾਲ ਸਮਝਾਉਣਾ ਵਾ। ਇਹ ਪ੍ਰੇਮਾ ਭਗਤੀ ਹੈ, ਇਹ ਫੇਰ ਹੀ ਮਨ 'ਚ ਬਸਣੀ ਹੈ। ਚੌਥੀ ਅਵਸਥਾ ਜਾ ਕੇ ਫਿਰ ਇਹ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਉਹੀ ਦੇਵਲੋਕ ਹੈ। ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਨਾਮ ਕੀ ਹੈ? ਹੁਕਮ। ਸਾਧ ਸੰਗਤ ਕੈਸੇ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀ। ਜਿੱਥੇ ਇੱਕ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ, ਉਹੀ ਤਾਂ ਸਾਧ ਸੰਗਤ ਆ। ਉਹ ਕਿੱਥੇ ਆ? ਉਹ ਦੇਵਲੋਕ। ਜਿਹੜੀ ਅਸੀਂ ਬਾਹਰ ਸਾਧ ਸੰਗਤ ਕਰਦੇ ਹਾਂ, ਬਾਹਰ ਸੰਗਤ ਸਰੀਰ ਕਰਕੇ ਆ, ਉਹ ਆਤਮਾ ਕਰਕੇ ਨਹੀਂ। ਬਾਣੀ ਆਤਮਾ ਕਰਕੇ ਗੱਲ ਕਰਦੀ ਹੈ, ਨਿਰਾਕਾਰ ਦੁਨੀਆ ਦੀ ਗੱਲ ਕਰਦੀ ਹੈ। ਨਿਰਾਕਾਰ ਦੁਨੀਆ ਦਾ ਗਿਆਨ ਦਿੰਦੀ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਤਾਈਓ ਇਹ ਮੋਹ ਦਾ ਜਾਲ ਕੱਟਿਆ ਜਾਊ, ਜਦੋਂ ਆਤਮਾ ਨੂੰ ਆਪਦੇ ਪ੍ਰਾਤਮਾ ਦੇ ਆਤਮਾ ਦੇ ਰਿਸ਼ਤਿਆਂ ਦਾ ਪਤਾ ਲੱਗੂ। ਹਰ ਮੇਰਾ ਪਿਤਾ, ਹਰ ਮੇਰਾ ਮਾਤਾ। ਆਤਮਾ ਤਾਂ ਮਰਦੀ ਨਹੀਂ ਹੈਗੀ। ਆਤਮਾ ਕਿਹਨੇ ਪੈਦਾ ਕੀਤੀ? ਫਿਰ ਕਿਹੜਾ ਮਾਂ ਪਿਓ ਹੋਇਆ ਇਹਦਾ? ਫਿਰ ਜਿਹਦੇ ਨੂੰ ਟੁੱਟ ਕੇ ਆਈ ਉਹੀ ਇਹਦਾ ਮਾਂ ਪਿਓ। ਫਿਰ ਚੌਥੇ 'ਚ ਜਾ ਕੇ ਇਹ ਆਪਦੇ ਮੂਲ ਨਾਲ ਜੁੜ ਜਾਂਦੀ ਹੈ। ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਉਹੀ ਤਾਂ ਸਹਿਜ ਦੁਨੀਆ ਵਾ। ਫਿਰ ਇਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਤੇ ਨਾਮ ਪਾਇਆ ਜਾਏ। ਜਦੋਂ ਇੱਕ ਹੋ ਜਾਂਦੇ ਨੇ, ਇੱਕ ਹੋਏ ਤਾਂ ਉਗਵੇ, ਰੁੱਤੀ ਹੀ ਰੁੱਤ ਹੋਏ, ਨਾਨਕ ਪਾਹੇ 12 ਕੋਰੇ ਰੰਗ ਨਾ ਹੋਏ। ਜਿਹੜਾ ਪਾ ਚੜਿਆ ਇਹਨੂੰ ਸੰਸਾਰੀ ਮੋਹ ਮਮਤਾ ਦਾ, ਬਾਣੀ ਉਹੀ ਤਾਂ ਕੱਟਦੀ ਆ, ਉਹੀ ਤਾਂ ਲਾਉਂਦੀ ਆ ਪਹਿਲਾਂ ਇਹਦਾ। ਮਨ ਹਲੇ ਸੁਧ ਕੀਤਾ ਨਹੀਂ, ਅਸੀਂ ਭਗਤ ਪਹਿਲਾਂ ਬਣ ਗਏ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਸਾਰੀ ਬਾਣੀ ਮਨ ਨੂੰ ਸਾਧਦੀ ਹੈ, ਪਰ ਇਸ ਤਾਂ ਮਨ ਹੀ ਸੁਲਤਾਨ ਬਣਾਤਾ। ਮਨ ਹੀ ਰਾਜਾ ਬਣਾਈ ਬੈਠੇ ਹਾਂ। ਮਨ ਦੇ ਪਿੱਛੇ ਚੱਲਦੇ ਹਾਂ। ਬਟਾਊ ਸਿਉ ਜੋ ਲਾਵੇ ਨੇ ਤਾਂ ਕੋ ਹਾਥ ਨਾ ਆਵੇ ਕਿ। ਜਿਹੜਾ ਮਨ ਦੇ ਪਿੱਛੇ ਚੱਲੂ ਉਹਨੂੰ ਕੁਛ ਨਹੀਂ ਆਤਾ ਹੋਣਾ। ਸਤਿਗੁਰ ਸਮਝਾਉਂਦੇ ਨੇ, ਮਨ ਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਫਿਰ ਉਹ ਦੁੱਖ ਹੀ ਪੈਦਾ ਹੋਣਾ ਪਾਈ। ਜੋ ਅਸੀਂ ਬੀਜਾਂਗੇ ਉਹੀ ਸਾਨੂੰ ਮਿਲਣਾ ਵਾ। ਜਿਹਾ ਬੀਜੇ ਸੋ ਲੂਣੇ, ਕਰਮਾ ਸੰਦੜਾ ਖੇਤ। ਉਹਦੀ ਕਿਰਪਾ ਲੈਣੀ ਹੈ। ਅਸੀਂ ਐਸਾ ਕੁਛ ਨਾ ਬੀਜੀਏ ਜਿਹੜਾ ਸਾਡਾ ਦੁੱਖਾਂ ਦਾ ਕਾਰਨ ਬਣੇ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ, ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰੀਏ। ਜੋ ਪ੍ਰਾਣੀ ਮਮਤਾ ਤਜੇ, ਲੋਭ ਮੋਹ ਹੰਕਾਰ। ਅਸੀਂ ਵੀ ਇਹ ਤੋਂ ਉੱਪਰ ਉੱਠੀਏ, ਆਪਦੇ ਆਤਮਿਕ ਰਿਸ਼ਤਿਆਂ ਨਾਲ ਜੁੜੀਏ, ਸਾਡਾ ਸੰਸਾਰ ਤੋਂ ਕਾਲ ਤੋਂ ਛੁਟਕਾਰਾ ਹੋਵੇ। ਕੋ ਨਾਨਕ ਆਪਨ ਤਰੇ ਔਰ ਲੈ ਤੋ ਉਦਾਰ। ਐਸੇ ਗੁਰਸਿੱਖ ਆਪ ਤਾਂ ਤਰਦੇ ਨੇ, ਦੂਆਂ ਨੂੰ ਵੀ ਤਾਰਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ। ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ ਪੰਚਮ ਪਾਤਸ਼ਾਹ ਦੇ। ਮਾਲੀ ਗੌੜੀ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਹੋਣ ਲਈ ਸਾਨੂੰ ਸੱਚ ਦਾ ਗਿਆਨ ਚਾਹੀਦਾ ਹੈ। ਨਿਰਭਉ ਅਸੀਂ ਨਹੀਂ, ਨਿਰਵੈਰ ਅਸੀਂ ਨਹੀਂ, ਕਾਲ ਤੋਂ ਮੁਕਤ ਅਸੀਂ ਨਹੀਂ। ਦੁਨੀਆ ਸਰੀਰ 'ਚ ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੇ ਵਿਚਾਰਾ। ਰਵਿਦਾਸ ਜੀ ਸਮਝਾਉਂਦੇ ਨੇ, ਵਿੱਚ ਫਸਿਆ ਪੰਖੀ ਮਨ। ਇਹ ਕਲਪਨਾ ਦਾ ਪਿੰਜਰ ਹੈ, ਇਹ ਕਿਵੇਂ ਛੁੱਟੂਗਾ? ਫਿਰ ਫਰੀਦਾ ਦਰ ਦਰ ਵੇਸੀ ਗਾਖੜੀ, ਚੱਲੇ ਦੁਨੀਆ ਭੱਤ। ਅਸੀਂ ਕੰਮ ਤਾਂ ਸਾਰੇ ਸੰਸਾਰੀ ਹੀ ਕਰਦੇ ਹਾਂ। ਇਹ ਤਾਂ ਇੱਕ ਵੱਖਰਾ ਮਾਰਗ ਹੈ। ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਈਆਂ।
ਜਿੰਨੀ ਚੱਲਣ ਜਾਣਿਆ ਕਿਉਂ ਕਰੇ ਵਿਥਾਰ। ਜਿਨ੍ਹਾਂ ਨੇ ਚੱਲਣ ਸਮਝ ਲਿਆ ਵੀ ਜਾਣਾ ਵਾ, ਉਹ ਇੱਥੇ ਡੇਰੇ ਥੋੜ੍ਹੀ ਬਣਾਉਣਗੇ, ਉਹ ਇੱਥੇ ਥੋੜ੍ਹੀ ਤਿਆਰੀ ਕਰਨਗੇ, ਉਹ ਗਾਂਹ ਦੀ ਤਿਆਰੀ ਕਰਦੇ ਨੇ। ਸਤਿਗੁਰ ਸਮਝਾਉਂਦੇ ਨੇ, ਰੇ ਮਨ ਟਹਿਲ ਹਰ ਸੁਖ ਸਾਰ, ਅਵਰ ਟਹਿਲਾਂ ਝੂਠੀਆਂ ਨਿਤ ਕਰੇ ਜਮ ਸਿਰ ਮਾਰ। ਹੇ ਮਨਾ, ਆਪਾਂ ਵੀ ਉਹ ਅਵਸਥਾ ਪ੍ਰਾਪਤ ਕਰਨੀ ਆ, ਪਰ ਆਪਾਂ ਤਾਂ ਸੰਸਾਰੀ ਕੰਮ ਕਰੀ ਜਾਂਦੇ ਹਾਂ, ਸਾਰੇ ਸੰਸਾਰੀ ਸੋਭਾ ਦੇ ਭੁੱਖੇ ਆ, ਸੰਸਾਰੀ ਸੋਭਾ ਕਰੀ ਜਾਂਦੇ ਆ। ਹਰ ਦੀ ਟਹਿਲ ਕਰਨੀ ਹੈ, ਹਰ ਦੇ ਗੁਣ ਗਾਉਣੇ ਆ। ਪਹਿਲਾਂ ਬਾਣੀ ਸਾਰੀ ਹਰ ਗੁਣ ਗਾਉਂਦੀ ਹੈ, ਅਸੀਂ ਵੀ ਗੁਣ ਗਾਉਣੇ ਨੇ। ਅਬਰ ਟਹਿਲਾਂ ਝੂਠੀਆਂ ਨਿਤ ਕਰੇ ਜਮ ਸਿਰ ਮਾਰ ਰਹਾਓ। ਜਿੰਨਾ ਮਸਤਕ ਲਿਖਿਆ ਤੇ ਮਿਲੇ ਸੰਗਾਰ, ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ। ਦੇਖੋ ਸਤਿਗੁਰ ਤਾਂ ਹਰ ਨੂੰ ਸੰਤ ਕਹਿ ਰਹੇ ਨੇ, ਉਹੀ ਤਾਂ ਸਾਧ ਸੰਗਤ ਹੈ, ਉਹੀ ਤਾਂ ਸਾਡੀ ਸਹਿਜ ਦੁਨੀਆ ਵਾ। ਇਹ ਤਾਂ ਕਲਯੁੱਗ ਹੈ, ਕਲਪਨਕ ਯੁੱਗ ਹੈ। ਇੱਥੇ ਤਾਂ ਕਾਲ ਨੇ ਸਾਨੂੰ ਛੱਡਣਾ ਨਹੀਂ ਹੈਗਾ, ਸਾਰਾ ਕਾਲ ਦਾ ਤਮਾਸ਼ਾ ਤੋਂ ਤਾਂ ਬਚਣਾ ਸੀ। ਅਸੀਂ ਸਾਰਾ ਕੁਛ ਇੱਥੇ ਹੀ ਭਾਲੀ ਜਾਂਦੇ ਹਾਂ। ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਜਪਜੀ ਸਾਹਿਬ ਸਤਿਗੁਰਾਂ ਦੇ ਬਚਨ ਨੇ। ਦੁੱਖ ਸਾਗਰ ਚੋਂ ਕੱਢ ਕੇ ਬਾਣੀ ਸਾਨੂੰ ਸੁੱਖ ਸਾਗਰ ਸਹਿਜ ਦੁਨੀਆ 'ਚ ਲੈ ਜਾਂਦੀ ਹੈ, ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ। ਜਿਹੜੇ ਇਹ ਹਰ ਦੀ ਕਥਾ ਨਾਲ ਜੁੜਨਗੇ ਗੁਰਸਿੱਖ, ਗੁਰੂ ਭਗਤਾਂ ਦੇ ਰਸਾਈ ਰਾਹ 'ਤੇ ਚੱਲਣਗੇ, ਉਹ ਪਾਰ ਨਿਕਲ ਜਾਣਗੇ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਨਿਤ ਚਰਨ ਸੇਵੋ ਸਾਧ ਕੇ ਤਜ ਲੋਭ ਮੋਹ ਵਿਕਾਰ, ਸਭ ਤਜੋ ਦੂਜੀ ਆਸੜੀ ਰਖ ਆਸ ਇੱਕ ਨਿਰੰਕਾਰ। ਇਹ ਚਰਨ ਬਾਣੀ ਸਾਧ ਦੇ, ਇਹ ਆਤਮਾ ਦੇ ਚਰਨ ਨੇ ਭਾਈ। ਤਾਈਓ ਜਾਊਗੀ ਆਤਮਾ ਆਪਦੇ ਘਰ ਨੂੰ, ਨਿਰਭਉ ਨਿਰਵੈਰ, ਕਾਲ ਤੋਂ ਮੁਕਤ, ਅਜੂਨੀ ਸਰੀਰ ਤੋਂ ਪਰੇ ਹੋਣਾ। ਚਾਰੇ ਗੁਣ ਆਪਾਂ ਲੈਣੇ ਨੇ, ਇਹ ਆਤਮਾ ਦੇ ਚਰਨ ਨੇ। ਜਿਵੇਂ ਸਾਡੇ ਪੈਰਾਂ ਨਾਲ ਅਸੀਂ ਤੁਰ ਕੇ ਜਾਂਦੇ, ਆਤਮਾ ਦੇ ਚਰਨ ਤਾਂ ਹੈ ਨਹੀਂ, ਗੁਣ ਤਾਂ ਕੋਈ ਹੈ ਨਹੀਂ, ਕਿਵੇਂ ਜਾਊ ਆਪਦੇ ਘਰ। ਸਭ ਔਗਣ ਮਹਿ ਗੁਣ ਨਹੀਂ ਕੋਏ, ਕਿਉਂ ਕਰ ਕੰਤ ਮਿਲਾਵਾ ਹੋਵੇ। ਗੁਣਾਂ ਤੋਂ ਬਿਨਾਂ ਉਹਦੇ ਨਾਲ ਮਿਲਾਵਾ ਨਹੀਂ ਹੁੰਦਾ, ਮਿਲਾਪ ਨਹੀਂ ਹੁੰਦਾ, ਆਪਦੇ ਘਰ ਨਹੀਂ ਅਸੀਂ ਪਹੁੰਚ ਸਕਦੇ। ਉਹੀ ਸਤਿਗੁਰ ਸਮਝਾਉਂਦੇ ਨੇ, ਨਿਤ ਚਰਨ ਸੇਵੋ ਸਾਧ ਕੇ ਤਜ ਲੋਹ ਮੋਹ ਹੰਕਾਰ। ਮੋਹ ਮਾਇਆ ਖਾਤਰ ਬਾਣੀ ਨੂੰ ਅਸੀਂ ਨਹੀਂ ਵਿਚਾਰਨਾ, ਲੋਭ ਖਾਤਰ ਨਹੀਂ ਵਿਚਾਰਨਾ, ਉਹ ਤਾਂ ਸਾਰਿਆਂ ਨੂੰ ਦੇ ਰਿਹਾ ਭਾਈ। ਸਭ ਤਜੋ ਦੂਜੀ ਆਸੜੀ, ਜਿਹੜੀ ਦੂਜੀ ਆਸੜੀ ਆ ਸੰਸਾਰ 'ਚ ਵੱਡਾ ਵੰਡ ਦੀ, ਕਿੰਨਾ ਕੁ ਚਿਰ ਰੱਖਾਂਗੇ ਅਸੀਂ, ਕਿੰਨਾ ਕੁ ਚਿਰ ਰਹਾਂਗੇ। ਫਰੀਦਾ ਕੰਧੀ ਉੱਤੇ ਰੁੱਖੜਾ ਕਿੱਚਰ ਬੰਨੇ ਧੀਰ, ਕਿੰਨਾ ਕੁ ਚਿਰ ਇੱਥੇ ਰਹਾਂਗੇ। ਇਹ ਤਾਂ ਜਾਣਾ ਹੀ ਪੈਣਾ ਸਾਨੂੰ। ਅੱਖਾਂ ਤਾਂ ਰੱਜਦੀਆਂ ਹੀ ਨਹੀਂ ਹੈਗੀਆਂ, ਨਾ ਕੰਨ ਸੁਣ ਕੇ ਰੱਜਦੇ ਨੇ, ਜਾਨੂੰ ਸਮਾਂ ਆ ਜਾਂਦਾ। ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸੇ। ਸਭ ਤਜੋ ਦੂਜੀ ਆਸੜੀ ਰਖ ਆਸ ਇੱਕ ਨਿਰੰਕਾਰ। ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹੇ ਮਲ। ਅਸੀਂ ਉੱਥੇ ਪਹੁੰਚਣਾ ਵਾ ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਸਰੀਰ, ਉੱਚੀ ਜਾਤੀ, ਰਾਜਪਾਟ, ਉੱਚੇ ਰੁਤਬੇ ਕੋਈ ਨਾਲ ਨਹੀਂ ਜਾਂਦਾ। ਜਦੋਂ ਕਾਲ ਆਉਂਦਾ ਸਭ ਇੱਥੇ ਰਹਿ ਜਾਂਦੇ ਆ, ਸਿਆਣਪਾਂ ਇੱਥੇ ਧਰੀਆਂ ਰਹਿ ਜਾਂਦੀਆਂ ਨੇ। ਕਿਹਨੇ ਜਾਣਾ ਹੈ? ਮਨ ਬੁੱਧੀ ਨੇ, ਧਿਆਨ ਨੇ। ਜੇ ਕੇਂਦਰ ਹੋ ਗਿਆ ਚਲੇ ਜਾਣਗੇ, ਨਹੀਂ ਜੰਮਣ ਮਰਨ ਨੂੰ ਫਿਰ ਚਲੇ ਜਾਣਗੇ। ਅੱਗੇ ਸਤਿਗੁਰ ਸਮਝਾਉਂਦੇ ਨੇ, ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਹੀਂ ਚੱਲਦੇ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਇੱਕ ਭਰਮ ਪੂਲੇ ਸਾਕਤਾਂ ਬਿਨ ਗੁਰ ਅੰਧ ਅੰਧਾਰ, ਤੁਰ ਹੋਵ ਨਾ ਸੋ ਹੋਇਆ ਕੂਰ ਮੇਟਣ ਹਾਰ। ਇੱਕ ਸਾਕਤ ਮਨ ਹੈ, ਭੇਖ ਨਾਲ ਆਪਦੇ ਆਪ ਨੂੰ ਪੂਰਨ ਮੰਨੀ ਬੈਠਾ। ਉਹ ਭਰਮ 'ਚ ਭੁੱਲੇ ਨੇ। ਕਿਉਂ ਭੁੱਲੇ ਨੇ? ਬਿਨ ਗੁਰ, ਬਿਨ ਗਿਆਨ ਤੋਂ ਅੰਨਾ ਹੈ ਮਨ। ਸਤਿਗੁਰਾਂ ਦੇ ਵਚਨ ਲੈਣੇ ਆਪਾਂ ਸੁਖਮਨੀ ਸਾਹਿਬ ਦੇ। ਸੁਣ ਅੰਧਾ ਕੈਸੇ ਮਾਰਗ ਪਾਈ। ਉਹਨਾਂ ਨੂੰ ਰਸਤਾ, ਇਹ ਮਾਰਗ ਪ੍ਰਾਪਤ ਹੋਣਾ ਜਿਹੜੇ ਗੁਰ ਸ਼ਬਦ ਦੀ ਕਮਾਈ ਕਰਨਗੇ। ਬਿਨ ਗੁਰ ਅੰਧ ਅੰਧਾਰ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ ਆਸਾ ਦੀ ਵਾਰ ਦੇ। ਜੇ ਸੋ ਚੰਦਾ ਉਗਵੇ ਸੂਰ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿੱਡੇ ਵੀ ਸੰਸਾਰ ਗੁਰੂ ਵੱਡੇ ਵੱਡੇ ਬਣ ਜਾਣ, ਪਰ ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਸਾਡੇ ਅੰਦਰ ਹਨੇਰਾ ਹੀ ਰਹੂ। ਸਾਨੂੰ ਜੰਮ ਨੇ ਛੱਡਣਾ ਨਹੀਂ ਗਾ, ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਣਾ। ਤੁਰ ਹੋਇਓ ਨਾ ਸੋ ਹੋਇਆ ਕੋਈ ਨਾ ਮੇਟਣ ਹਾਰ। ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ।
ਸਤਿਗੁਰੂ ਸਮਝਾਉਂਦੇ ਨੇ, ਅਗੰਮ ਰੂਪ ਗੋਬਿੰਦ ਕਾ ਅਨਕ ਨਾਮ ਪਾਰ, ਧਨ ਧਨ ਤੇ ਜਨ ਨਾਨਕਾ, ਜਿਨ ਹਰ ਨਾਮਾ ਔਰ ਤਾਰ। ਧਨ ਨੇ ਉਹ ਜਨ, ਜਨ ਕਹਿੰਦੇ ਨੇ ਜਾਣਕਾਰ ਨੂੰ। ਧਨ ਧਨ ਜਨ ਆਇਆ ਜਹ ਪ੍ਰਸਾਦ ਜਗਤ ਤਰਾਇਆ। ਇਹ ਸੰਤ ਜਨਾਂ ਦੀ, ਭਗਤ ਜਨਾਂ ਦੀ ਬਾਣੀ ਹੈ ਭਾਈ। ਇਹਨਾਂ ਦੇ ਪਿੱਛੇ ਲੱਗ ਕੇ ਆਪਾਂ ਵੀ ਇਹ ਭਵਸਾਗਰ ਪਾਰ ਕਰਨਾ। ਪਿੱਛੇ ਵੀ ਆਪਾਂ ਵਿਚਾਰ ਕੀਤੀ ਹੈ। ਇਹ ਹਰ ਕਥਾ ਹੈ, ਜਿਹੜੇ ਸੁਣਨਗੇ ਇਹਨੂੰ ਅਮਰ ਹੋ ਜਾਣਗੇ। ਆਪਾਂ ਵੀ ਗੁਰਸ਼ਬਦ ਦੀ ਕਮਾਈ ਕਰਨੀ ਹੈ, ਫੇਰ ਹੀ ਆਪਾਂ ਨੂੰ ਇਹ ਅਵਸਥਾ ਪ੍ਰਾਪਤ ਹੋਣੀ ਹੈ। ਜਿਹੜਾ ਅਗੰਮ ਰੂਪ ਹੁੰਦਾ ਹੈ, ਅਗੰਮ ਤੋਂ ਭਾਵ ਹੁੰਦਾ ਜਿਹੜੀ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਅੱਖਾਂ ਨਾਲ ਨਹੀਂ ਦੀਂਦਾ ਉਹ, ਨਾ ਕੰਨਾਂ ਨਾਲ ਸੁਣਿਆ ਜਾਂਦਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਯੁੱਧ ਸੁਭਾਵੇ ਨਾਨਕਾ ਸਾਈਂ ਗੱਲ ਚੰਗੀ। ਹਰ ਆਪ ਇੱਕ ਰੰਗ 'ਚ ਰਹਿੰਦਾ। ਜਿਹੜੇ ਸੰਸਾਰ 'ਚ ਅਨੇਕਾਂ ਹੀ ਗਿਆਨ, ਰੰਗ ਤੋਂ ਭਾਵ ਗਿਆਨ, ਅਨੇਕਾਂ ਹੀ ਗਿਆਨ ਉਹਨੇ ਪੈਦਾ ਕੀਤੇ ਨੇ। ਜੀਵ ਕਮਾਉਂਦੇ ਨੇ, ਖਾਂਦੇ ਨੇ, ਸਾਰਾ ਕੁਛ ਹੀ ਉਹਦਾ ਵਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ ਸੁਖਮਨੀ ਸਾਹਿਬ ਦੇ, ਜਿਸ ਧਨ ਕੋ ਚਾਰ ਪੁੰਟ ਉਠਤਾਵੇ ਸੋ ਧਨ ਹਰ ਸੇਵਾ ਤੇ ਪਾਵੇ। ਉਹ ਵੀ ਉਹਦੀ ਕਿਰਪਾ, ਜਦੋਂ ਉਹਨੇ ਸਾਜੀ ਹੈ ਸਾਰਾ ਗਿਆਨ ਵੀ ਉਹਨੇ ਦਿੱਤਾ ਵਾ। ਆਪਾਂ ਹੁਣ ਇਹ ਹਰ ਨਾਮ ਦੀ ਪ੍ਰਾਪਤੀ ਕਰਨੀ ਹੈ। ਧਨ ਧਨ ਤੇ ਜੇ ਜਨ ਨਾਨਕਾ, ਜਿਨ ਹਰਨਾਮਾ ਔਰ ਤਾਰ। ਧਨ ਨੇ ਉਹ ਜਨ, ਉਹ ਗੁਰਸਿੱਖ, ਉਹ ਸੰਗਤ ਜਿਹੜੀ ਗੁਰੂ ਭਗਤਾਂ ਦੇ ਰਸਾਈ ਰਾਹ 'ਤੇ ਚੱਲ ਕੇ ਅਵਸਥਾ ਪ੍ਰਾਪਤ ਕਰਦੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ, ਕਹੋ ਨਾਨਕ ਆਪਣ ਤਰੇ ਔਰ ਲੈ ਤੋ ਉਧਾਰ। ਆਓ ਭਾਈ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ, ਆਪਾਂ ਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ ਜੋ ਸਤਿਗੁਰ ਸਮਝਾ ਰਹੇ ਨੇ। ਆਪਾਂ ਪਵਨ ਗੁਰੂ ਪਾਣੀ ਪਿਤਾ ਸਲੋਕ ਦੇ ਲੈ ਲੈਂਦੇ ਹਾਂ ਵਿਚਾਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ। ਆਓ ਸਾਰੇ ਮਿਲ ਕੇ ਆਪਾਂ ਇਹ ਗੁਰਬਾਣੀ ਨੂੰ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਅਵਸਥਾ ਪ੍ਰਾਪਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।